Hello everyone, today's discussion is about जो PRTD ਦੇ processing times ਆ ਕਿੰਨਾ ਚੱਲ ਰਹੇ ਆ and ਕੁਝ applicants ਦੇ questions ਆਏ ਕਿ ਉਹਨਾਂ ਤੋਂ extra documents ਮੰਗੇ ਗਏ and they worried ਸੀ ਕਿ ਕਿਉਂ documents ਮੰਗੇ ਗਏ। ਸੋ ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਡਿਟੇਲ ਦੇ ਵਿੱਚ ਅੱਜ ਡਿਸਕਸ ਕਰਦੇ ਹਾਂ। ਸੋ ਕਰੰਟਲੀ ਜੋ ਪ੍ਰੋਸੈਸਿੰਗ ਟਾਈਮਸ ਆ PRTD ਐਪਲੀਕੇਸ਼ਨਸ ਦੇ ਜੋ ਸਾਡੀਆਂ ਰੀਸੈਂਟ ਫੈਬ ਦੇ ਵਿੱਚ ਐਪਲੀਕੇਸ਼ਨਸ ਲੱਗੀਆਂ ਸੀ ਉਹਨਾਂ ਦੇ ਯੂਜੂਅਲੀ ਵਿਦਿਨ 10 to 15 ਡੇਜ਼ ਦੇ ਵਿਦਿਨ ਐਪਲੀਕੇਸ਼ਨਸ ਅਪਰੂਵ ਹੋ ਗਈਆਂ ਐਂਡ ਪਾਸਪੋਰਟ ਰਿਕੁਐਸਟਸ ਆ ਗਈਆਂ which means कि approximately 2 weeks ਦੇ within ਜੋ PRTD ਦੀ ਐਪਲੀਕੇਸ਼ਨਸ ਆ ਉਹਨਾਂ ਦਾ ਪ੍ਰੋਸੈਸਿੰਗ ਟਾਈਮ ਚੱਲ ਰਿਹਾ ਐਂਡ ਜੋ ਐਕਸਟਰਾ ਡਾਕੂਮੈਂਟਸ ਮੰਗੇ ਗਏ ਆ ਸੋ ਇਹਦੇ ਵਿੱਚ ਇੱਕ ਆਪਾਂ ਨੂੰ ਬੈਕਗਰਾਉਂਡ ਸਮਝਣ ਦੀ ਲੋੜ ਆ ਕਿਉਂਕਿ ਲੈਟਸ ਸੇ ਜੇ ਤੁਸੀਂ ਕੈਨੇਡਾ ਦੇ ਵਿੱਚ ਰੀਸੈਂਟਲੀ PR ਹੋਏ ਹੋ ਐਂਡ ਤੁਹਾਡਾ PR ਨਹੀਂ ਆਇਆ ਸੀ ਤੁਸੀਂ ਟਰੈਵਲ ਕਰ ਆਊਟਸਾਈਡ ਆਫ ਕੈਨੇਡਾ ਟਰੈਵਲ ਕਰ ਗਏ ਜਾਂ ਫਿਰ ਤੁਸੀਂ PR ਕਾਰਡ ਦੀ ਰਿਨਿਊਵਲ ਪਾਈ ਹੋਈ ਹੈ ਰਿਕੁਐਸਟ ਐਂਡ ਤੁਸੀਂ ऑलरेडी आउटसाइड ऑफ कैनेडा आ चुके हो तो थोड़ा PR कार्ड रिन्यू हो के हजे नहीं आया सी सो इस कंडीशनस दे विच ज़्यादा डॉक्यूमेंट्स रिक्वायर्ड नहीं होंदे क्योंकि तुहाडे कोल इनफ टाइम होंदा या तो तुसीं अपनी रिक्वायरमेंट्स मीट करके आए हो ऑलरेडी एंड उन्होंने ऑलरेडी PR कार्ड दे जो तुसीं रिन्यूवल रिक्वेस्ट पाई है तो उन्होंने कोल ऑलरेडी रैकड है कि तुसीं कितना टाइम कैनेडा दे विच स्टे कीता एंड या फिर जो तुसीं रीसेंटली PR होए हो तो तुहाडे कोल इनफ टाइम आ जो रिक्वायरमेंट्स हुंदियां 2 ईयर्स कैनेडा दे विच रहण लई ਉਹ ਤੁਸੀਂ ਪ੍ਰੋਵਾਈਡ ਕਰ ਸਕੋਗੇ ਜਾਂ ਉਹਨਾਂ ਟਾਈਮ ਰਹਿ ਕੇ ਤੁਸੀਂ ਰਿਕੁਆਇਰਮੈਂਟਸ ਮੀਟ ਕਰ ਲਓਗੇ। ਹੁਣ ਇੱਕ ਕੰਡੀਸ਼ਨ ਇਹ ਆਉਂਦੀ ਹੈ ਕਿ ਲੈਟਸ ਸੇ ਇਸ ਕੇਸ ਸਿਨੈਰੀਓ ਦੇ ਵਿੱਚ ਕਿ ਤੁਸੀਂ 2 or 3 ਇਅਰਸ ਕੈਨੇਡਾ ਦੇ ਵਿੱਚ ਲਾ ਕੇ ਉਸ ਤੋਂ ਬਾਅਦ ਤੁਸੀਂ ਆਊਟਸਾਈਡ ਆਫ ਕੈਨੇਡਾ ਚਲੇ ਗਏ ਐਂਡ ਹੁਣ ਤੁਹਾਨੂੰ ਕੈਨੇਡਾ ਤੋਂ ਬਾਹਰ ਰਹਿੰਦੇ ਨੂੰ 1 ਜਾਂ 2 ਸਾਲ ਹੋ ਚੁੱਕੇ ਆ। ਸੋ ਇਸ ਕੰਡੀਸ਼ਨ ਦੇ ਵਿੱਚ ਤੁਸੀਂ ਪ੍ਰੂਵ ਕਰਨਾ ਹੁੰਦਾ ਕਿ ਜੋ ਤੁਸੀਂ ਰੈਜ਼ੀਡੈਂਸ ਇਨਫੈਕਟ ਤੁਸੀਂ ਲੈਟਸ ਸੇ ਤੁਸੀਂ ਰਿਕੁਆਇਰਮੈਂਟਸ ਤਾਂ ਮੀਟ ਕੀਤੀਆਂ ਕੈਨੇਡਾ ਦੇ ਵਿੱਚ ਰਹਿ ਕੇ ਜੋ ਤੁਹਾਡੀਆਂ PR ਨੂੰ ਮੇਨਟੇਨ ਰੱਖਣ ਦੀਆਂ ਰਿਕੁਆਇਰਮੈਂਟਸ ਆ ਉਹ ਤੁਸੀਂ ਮੀਟ ਕਰਦੇ ਹੋ ਪਰ ਤੁਸੀਂ ਪ੍ਰੂਵ ਕਰਨਾ ਹੁੰਦਾ IRCC ਨੂੰ ਜਾਂ ਇਮੀਗ੍ਰੇਸ਼ਨ ਆਫਿਸਰ ਨੂੰ ਕਿ ਤੁਸੀਂ ਰੈਜ਼ੀਡੈਂਸੀ ਜੋ ਕੈਨੇਡਾ ਦੀ ਸੀਗੀ ਉਹ ਤੁਸੀਂ ਉੱਥੇ ਪ੍ਰੂਵ ਕੀਤੀ ਹੈ ਉਹਨਾਂ ਟਾਈਮ ਤੁਸੀਂ ਉੱਥੇ ਸਟੇ ਕੀਤਾ ਗਾ ਤਾਂ ਇਹਦੇ ਵਿੱਚ ਸਿਰਫ ਪਾਸਪੋਰਟਸ ਦੀਆਂ ਸਟੈਂਪਸ ਜਾਂ ਪਾਸਪੋਰਟਸ ਸਬਮਿਸ਼ਨ ਕਰਨ ਨਾਲ ਇਹ ਰਿਕੁਆਇਰਮੈਂਟਸ ਪ੍ਰੂਵ ਨਹੀਂ ਹੁੰਦੀਆਂ ਤੁਹਾਨੂੰ ਫਰਦਰ ਡਾਕੂਮੈਂਟ ਸਬਮਿਟ ਕਰਨੇ ਪੈਂਦੇ ਆ। I'll give you an example let's say ਤੁਸੀਂ ਆਪਣੀ EMPLOYMENT ਲੈਟਰਸ ਜਿਹਦੇ ਵਿੱਚ ਤੁਹਾਡੀ ਡਿਊਰੇਸ਼ਨ ਦਿੱਤੀ ਹੋਵੇ EMPLOYMENT ਦੀ ਕਦੋਂ ਸਟਾਰਟ ਹੋਈ ਕਿੰਨੇ ਟਾਈਮ ਤੱਕ ਤੁਸੀਂ ਉਸ EMPLOYER ਨਾਲ ਕੰਮ ਕੀਤਾ ਉਸ EMPLOYMENT ਦੀਆਂ ਪੇ ਸਲਿਪਸ ਹੋ ਗਈਆਂ ਤੁਹਾਡੀਆਂ T4s ਜਾਂ ਨੋਟਿਸ ਆਫ ਅਸੈਸਮੈਂਟਸ ਹੋ ਗਈਆਂ ਉਸ ਈਅਰ ਦੀਆਂ ਯੂਟਿਲਿਟੀ ਬਿਲਸ ਹੋ ਗਏ ਤੁਹਾਡੇ ਰੈਂਟਲ ਐਗਰੀਮੈਂਟਸ ਹੋ ਗਏ ਤੁਹਾਡੇ ਫੋਨ ਬਿਲਸ ਔਰ ਬੈਂਕ ਸਟੇਟਮੈਂਟਸ ਹੋ ਗਈਆਂ ਇਹ ਸਾਰੇ ਡਾਕੂਮੈਂਟਸ ਤੁਸੀਂ ਸਬਮਿਟ ਕਰ ਸਕਦੇ ਹੋ ਜੋ ਪ੍ਰੂਵ ਕਰਦੇ ਆ ਕਿ ਤੁਸੀਂ ਇਸ ਡਿਊਰੇਸ਼ਨ ਦੇ ਵਿੱਚ ਵਿਦਿਨ ਕੈਨੇਡਾ ਹੀ ਰਹਿ ਰਹੇ ਸੀਗੇ ਐਂਡ ਮੋਰ ਓਵਰ ਤੁਸੀਂ ਜਿੰਨਾ ਵੀ ਟਾਈਮ ਡਿਊਰੇਸ਼ਨ ਕੈਨੇਡਾ ਦੇ ਵਿੱਚ ਰਹਿੰਦੇ ਹੋ ਉਹਦੇ ਵਿੱਚੋਂ ਕੋਈ ਵੀ ਡਾਕੂਮੈਂਟ ਸਕਿਪ ਨਾ ਕਰੋ ਲੈਟਸ ਸੇ ਤੁਸੀਂ ਪੇ ਸਲਿਪਸ ਦੇ ਰਹੇ ਹੋ ਜਾਂ ਕੋਈ ਵੀ ਬਿਲਸ ਦੇ ਰਹੇ ਹੋ ਤਾਂ ਉਹਦੇ 'ਚ ਇਹ ਨਾ ਕਰੋ ਕਿ ਸਰਟਨ ਬਿਲਸ ਤੁਸੀਂ ਮਿਸ ਆਊਟ ਕਰ ਦਿਓ ਕੁਛ ਮੰਥਸ ਦੇ ਹੀ ਬਿਲਸ ਤੁਸੀਂ ਪ੍ਰੋਵਾਈਡ ਕਰੋ ਸੋ ਕੰਪਲੀਟ 1 ਈਅਰ ਦਾ ਜਾਂ ਜਿੰਨੀ ਵੀ ਡਿਊਰੇਸ਼ਨ ਤੁਸੀਂ ਰਹੇ ਹੋ ਉਹ ਸਾਰੇ ਬਿਲਸ ਪ੍ਰੂਵ ਕੰਪਲੀਟ ਕਰੋ ਜੇ ਤੁਹਾਡੇ ਕੋਲ ਬਿਲਸ ਨਹੀਂ ਅਵੇਲੇਬਲ ਤਾਂ ਰੈਂਟਲ ਐਗਰੀਮੈਂਟ ਪ੍ਰੋਵਾਈਡ ਕਰੋ EMPLOYMENT ਲੈਟਰ ਪ੍ਰੋਵਾਈਡ ਕਰੋ ਜਿਹਦੇ ਵਿੱਚ ਤੁਹਾਡੀ ਕੰਟੀਨਿਊਟੀ ਜਾਂ ਜਿੰਨਾ ਵੀ ਟਾਈਮ ਡਿਊਰੇਸ਼ਨ ਉਹ ਸਾਰੀ ਡਿਊਰੇਸ਼ਨ ਤੁਸੀਂ ਪ੍ਰੂਵ ਕਰ ਸਕੋ ਇਮੀਗ੍ਰੇਸ਼ਨ ਆਫਿਸਰ ਨੂੰ ਕਿ ਤੁਸੀਂ ਉਹਨਾਂ ਟਾਈਮ ਰਹੇ ਹੋ। ਸੋ ਇਹ ਜੇ ਤੁਸੀਂ ਸਟਾਰਟਿੰਗ ਦੇ ਵਿੱਚ ਹੀ ਆਪਣੀ ਐਪਲੀਕੇਸ਼ਨ ਦੇ ਨਾਲ ਹੀ ਡਾਕੂਮੈਂਟਸ ਦੇ ਦਿੰਦੇ ਹੋ ਤਾਂ ਤੁਹਾਡੀ ਬਹੁਤ ਜ਼ਿਆਦਾ ਪ੍ਰੋਸੈਸਿੰਗ ਦੇ ਵਿੱਚ ਜੋ ਟਾਈਮ ਪ੍ਰੋਸੈਸਿੰਗ ਟਾਈਮਸ ਉਹ ਸੇਵ ਹੋ ਜਾਊਗਾ ਐਂਡ ਤੁਹਾਨੂੰ ਫਰਦਰ ਡਾਕੂਮੈਂਟਸ ਦੀ ਰਿਕੁਐਸਟ ਵੀ ਆਉਣ ਦੇ ਚਾਂਸਿਸ ਬਹੁਤ ਜ਼ਿਆਦਾ ਘੱਟ ਜਾਣਗੇ। ਦ ਸੈਕੰਡ ਥਿੰਗ ਇਜ਼ ਕਿ ਲੈਟਸ ਸੇ ਤੁਸੀਂ ਆਊਟਸਾਈਡ ਆਫ ਕੈਨੇਡਾ ਆ ਗਏ ਬਟ ਤੁਸੀਂ ਕੈਨੇਡਾ ਤੋਂ ਬਾਹਰ ਆ ਕੇ ਵੀ ਵਿਜ਼ਿਟ ਕਰਕੇ ਵੀ ਤੁਸੀਂ ਕੈਨੇਡੀਅਨ ਕੰਪਨੀ ਲਈ ਹੀ ਕੰਮ ਕਰ ਰਹੇ ਹੋ ਲੈਟਸ ਸੇ ਯੂ ਆਰ ਵਰਕਿੰਗ ਇਨ IT ਇੰਡਸਟਰੀ ਜਾਂ ਕਿਸੇ ਵੀ ਇੰਡਸਟਰੀ ਲਈ ਤੁਸੀਂ ਕੰਮ ਕਰ ਰਹੇ ਹੋ ਐਂਡ ਤੁਸੀਂ ਵਰਕ ਫਰੋਮ ਹੋਮ ਕਰ ਰਹੇ ਹੋ ਬਟ ਯੂ ਆਰ ਆਊਟਸਾਈਡ ਆਫ ਕੈਨੇਡਾ ਤੁਸੀਂ ਆਪਣੇ ਇੰਡੀਆ ਆਏ ਹੋਏ ਹੋ ਜਾਂ ਕਿਸੇ ਵੀ ਹੋਰ ਕੰਟਰੀ 'ਚ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਇਸ ਜੋ ਟਾਈਮ ਨੂੰ ਜੋ ਤੁਸੀਂ ਆਊਟਸਾਈਡ ਆਫ ਕੈਨੇਡਾ ਰਹੇ ਹੋ ਬਟ ਤੁਸੀਂ ਕੈਨੇਡੀਅਨ ਕਾਰਪੋਰੇਸ਼ਨ ਲਈ ਜੌਬ ਕੀਤੀ ਆ ਤਾਂ ਤੁਸੀਂ ਇਸ ਟਾਈਮ ਨੂੰ ਵੀ ਆਪਣੀ ਰੈਜ਼ੀਡੈਂਸੀ ਆਫ ਕੈਨੇਡਾ ਦੇ ਉਹਦੇ ਵਿੱਚ ਤੁਸੀਂ ਕਾਊਂਟ ਕਰ ਸਕਦੇ ਹੋ ਬਟ ਇਸ ਨੂੰ ਕਾਊਂਟ ਕਰਨ ਲਈ ਤੁਹਾਨੂੰ ਸਰਟਨ ਪ੍ਰੂਫਸ ਦੇਣੇ ਪੈਣਗੇ ਆਫਿਸਰ ਨੂੰ ਤੁਹਾਡੀ EMPLOYMENT ਲੈਟਰ ਕਦੋਂ ਤੁਸੀਂ ਜੌਬ ਸਟਾਰਟ ਕੀਤੀ ਕਿਹੜੀ ਡਿਊਰੇਸ਼ਨ ਤੱਕ ਤੁਸੀਂ ਡਨ ਕੀਤੀ ਹੈ ਕਦੋਂ ਤੋਂ ਤੁਸੀਂ ਸਟਾਰਟ ਕਰ ਰਹੇ ਹੋ ਇਹ ਐਕਸਪਲੇਨ ਕੀਤਾ ਹੋਵੇ ਡਿਟੇਲ ਦੇ ਵਿੱਚ ਤੁਹਾਡੀਆਂ ਪੇ ਸਲਿਪਸ ਤੁਹਾਡੀਆਂ T4s ਔਰ ਨੋਟਿਸ ਆਫ ਅਸੈਸਮੈਂਟਸ ਕਿਉਂਕਿ ਜੇ ਤੁਸੀਂ ਕੈਨੇਡੀਅਨ ਕੰਪਨੀ ਲਈ ਕੰਮ ਕੀਤਾ ਡੈਫੀਨਿਟਲੀ ਤੁਹਾਨੂੰ ਵੀ T4s ਇਸ਼ੂ ਹੋਈਆਂ ਹੋਣਗੀਆਂ ਐਂਡ ਤੁਸੀਂ ਜੋ ਟੈਕਸ ਫਾਈਲ ਆ ਉਹ ਵੀ ਤੁਸੀਂ ਕੈਨੇਡਾ ਦੇ ਵਿੱਚ ਕੀਤਾ ਹੋਊਗਾ ਸੋ ਇਹ ਪ੍ਰੂਫਸ ਤੁਸੀਂ ਦੇਣੇ ਆ ਤਾਂ ਕਿ ਆਫਿਸਰ ਨੂੰ ਤੁਸੀਂ ਪ੍ਰੂਵ ਕਰ ਸਕੋ ਕਿ ਤੁਸੀਂ ਕੈਨੇਡੀਅਨ ਕਾਰਪੋਰੇਸ਼ਨ ਲਈ ਕੰਮ ਜਾਂ ਕੈਨੇਡੀਅਨ ਕੰਪਨੀ ਲਈ ਕੰਮ ਕਰ ਰਹੇ ਸੀ ਐਂਡ ਤੁਸੀਂ ਇੰਨੇ ਡਿਊਰੇਸ਼ਨ ਲਈ ਉਹਨਾਂ ਲਈ ਕੰਮ ਕੀਤਾ ਜੇ ਤੁਸੀਂ ਜੇ ਤੁਸੀਂ ਖੁਦ ਸੈਲਫ EMPLOYED ਹੋ ਐਂਡ ਤੁਸੀਂ
ਤੁਹਾਡਾ ਬਿਜ਼ਨਸ ਹੈ ਕੈਨੇਡਾ ਦੇ ਵਿੱਚ ਪਰ ਉਸੇ ਹੀ ਬਿਜ਼ਨਸ ਦੇ ਰਿਲੇਟਡ ਹੀ ਤੁਸੀਂ ਆਊਟਸਾਈਡ ਆਫ ਕੈਨੇਡਾ ਆਏ ਹੋਏ ਹੋ ਤਾਂ ਤੁਸੀਂ ਉਸ ਚੀਜ਼ਾਂ ਦੇ ਵੀ ਡਾਕੂਮੈਂਟਸ ਪ੍ਰੂਫ ਦੇ ਕੇ ਆਪਣੀ ਜੋ ਰਿਕੁਆਇਰਮੈਂਟਸ ਉਹ ਮੀਟ ਕਰ ਸਕਦੇ ਹੋ। ਐਂਡ ਥਰਡ ਇਜ਼ ਕਿ ਲੈਟਸ ਸੇ ਤੁਸੀਂ ਤੁਹਾਡੇ ਸਪਾਊਸ ਨਾਲ ਤੁਸੀਂ ਆਏ ਹੋਏ ਹੋ ਐਂਡ ਤੁਸੀਂ ਕੋਈ ਜੌਬ ਨਹੀਂ ਕਰ ਰਹੇ, ਡਜ਼ਨਟ ਮੈਟਰ ਕਿੰਨੇ ਟਾਈਮ ਤੋਂ ਤੁਸੀਂ ਆਊਟਸਾਈਡ ਆਫ ਕੈਨੇਡਾ ਰਹਿ ਰਹੇ ਹੋ, ਬਟ ਤੁਹਾਡੇ ਸਪਾਊਸ ਜੋ ਹੈ ਉਹ ਜੌਬ ਕਰ ਰਹੇ ਆ ਫॉर ਕੈਨੇਡੀਅਨ ਕਾਰਪੋਰੇਸ਼ਨ ਐਂਡ ਉਹ PR ਆ, ਤਾਂ ਉਹ ਵੀ ਤੁਸੀਂ ਕਾਊਂਟ ਕਰ ਸਕਦੇ ਹੋ ਟਾਈਮ। ਐਂਡ ਲੈਟਸ ਸੇ ਜੇ ਤੁਹਾਡੇ ਸਪਾਊਸ ਸਿਟੀਜ਼ਨ ਹੈ ਕੈਨੇਡਾ ਦੇ ਤਾਂ ਵੀ ਤੁਸੀਂ ਇਹ ਚੀਜ਼ ਪ੍ਰੂਵ ਕਰ ਸਕਦੇ ਹੋ ਕਿ ਤੁਸੀਂ ਆਪਣੇ ਸਪਾਊਸ ਨਾਲ ਰਹਿ ਰਹੇ ਹੋ ਐਂਡ ਤੁਹਾਡੇ ਸਪਾਊਸ ਸਿਟੀਜ਼ਨ ਹੈ ਕੈਨੇਡਾ ਦੇ, ਤਾਂ ਉਹ ਵੀ ਰਿਕੁਆਇਰਮੈਂਟਸ ਮੀਟ ਹੋ ਜਾਂਦੀਆਂ, ਤੁਹਾਨੂੰ ਤੁਹਾਡਾ PRTD ਦੀ ਐਪਲੀਕੇਸ਼ਨ ਦੇ ਵਿੱਚ ਕੋਈ ਦਿੱਕਤ ਨਹੀਂ ਆਊਗੀ। ਸੋ ਇਹ ਸਾਰੀਆਂ ਰਿਕੁਆਇਰਮੈਂਟਸ ਮੇਕ ਸ਼ੋਰ ਕਿ ਕਿਹੜੀਆਂ ਇੰਪਲੀਮੈਂਟ ਹੁੰਦੀਆਂ ਤੁਹਾਡੇ ਉੱਪਰ ਐਂਡ ਉਸ ਅਕੋਰਡਿੰਗ ਆਪਣੇ ਡਾਕੂਮੈਂਟਸ ਤੁਸੀਂ ਪ੍ਰੋਵਾਈਡ ਕਰਨੇ ਹੁੰਦੇ ਇਮੀਗ੍ਰੇਸ਼ਨ ਆਫਿਸਰ ਨੂੰ। ਸੋ ਇਫ ਯੂ ਹੈਵ ਫਰਦਰ ਡਿਟੇਲਸ, ਇਫ ਯੂ ਨੀਡ ਫਰਦਰ ਡਿਟੇਲਸ ਔਰ ਜੇ ਤੁਹਾਡੀਆਂ ਹੋਰ ਵੀ ਕੁਐਰੀਜ਼ ਆ, ਫੀਲ ਫ੍ਰੀ ਟੂ ਕੰਟੈਕਟ ਅਸ ਔਨ ਦ ਬਿਲੋ ਗਿਵਨ ਨੰਬਰਸ। ਟਿਲ ਦੈਨ ਗੁੱਡ ਲੱਕ ਵਿਦ ਯੂਰ ਐਪਲੀਕੇਸ਼ਨਸ ਐਂਡ ਟੇਕ ਕੇਅਰ।